ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਰਿਆਂ ਦੇ ਹੀ ਬੜੇ ਚਹੇਤੇ ਜਿਹਨੂੰ ਸਭ ਜਣੇ ਅਸੀਂ ਆਪਣਾ ਕਹਿ ਕੇ ਸੰਬੋਧਨ ਕਰਦੇ ਹਾਂ। ਅੱਜ ਆਪਾਂ ਦਲਬੀਰ ਚੇਤਨ ਸਾਹਿਬ ਹੋਰਾਂ ਦੇ ਪਰਿਵਾਰ 'ਚ ਉਹਨਾਂ ਦੇ ਸੱਦੇ ਦੇ ਉੱਤੇ ਇਸ ਸ਼ਾਨਾ ਮੱਤੇ ਸਮਾਗਮ 'ਚ ਸਾਰੇ ਇੱਥੇ ਹਾਜ਼ਰ ਹੋਏ ਹਾਂ। ਆਪਣੇ ਪੁਰਖਿਆਂ ਨੂੰ ਹਰ ਬੰਦਾ ਯਾਦ ਕਰਦਾ ਹੈ। ਢੰਗ ਤਰੀਕੇ ਵੱਖੋ ਵੱਖਰੇ ਹੋ ਸਕਦੇ ਹੈ। ਕੋਈ ਉਹਨਾਂ ਦੀ ਯਾਦ ਦੇ ਵਿੱਚ ਧਾਰਮਿਕ ਸਥਾਨਾਂ 'ਤੇ ਜਾਂਦਾ ਹੈ, ਉਹਨਾਂ ਦੀ ਯਾਦ 'ਚ ਉੱਥੇ ਕੋਈ ਸਦੀਵੀ ਬਿਲਡਿੰਗ ਬਣਾ ਕੇ ਆਉਂਦਾ ਹੈ, ਕੋਈ ਪੱਖੇ ਲਾ ਕੇ ਉਹਦੇ 'ਤੇ ਉਹਨਾਂ ਦਾ ਨਾਮਕਰਨ ਲਿਖ ਕੇ ਆਉਂਦਾ ਹੈ, ਕੋਈ ਹੋਰ ਪੂਜਾ ਪਾਠ ਕਰਕੇ ਆਪਣੇ ਅਤੇ ਵੱਡਿਆਂ ਪ੍ਰਤੀ ਹਕੀਕਤ ਦੇ ਫੁੱਲ ਜਿਹੜੇ ਆ ਉਹ ਭੇਟ ਕਰਦੇ ਆ। ਲੇਕਿਨ ਚੇਤਨ ਪਰਿਵਾਰ ਦੀ ਇੱਕ ਅਦਬੀ ਵਿਰਾਸਤ ਜਿਹੜੀ ਉਹ ਆਪਣੇ ਪਰਿਵਾਰ 'ਚ ਛੱਡ ਕੇ ਗਏ। ਉਹਨਾਂ ਦੇ ਹਿੱਸੇ ਇੱਕ ਵੱਡੀ ਗੱਲ ਆਈ ਕਿ ਦਲਬੀਰ ਚੇਤਨ ਸਾਹਿਬ ਕਹਾਣੀ 'ਚ ਜਿਹੜੀਆਂ ਨਿੱਗਰ ਪੈੜ ਚਾਲਾਂ ਸਿਰਜ ਕੇ ਗਏ, ਆਪਣੇ ਦੋਸਤੀਆਂ ਦੇ ਘੇਰੇ 'ਚ ਜਿਨ੍ਹਾਂ ਨੇ ਉਹਨਾਂ ਨੇ ਵਿਸ਼ਾਲ ਮੁਹੱਬਤ ਦਾ ਕਲਾਵਾ ਜਿਹੜਾ ਛੱਡ ਕੇ ਗਏ, ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦਿਆਂ ਹਰ ਵਰੇ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰਾਂ ਦਾ ਜਿਹੜਾ ਇੱਕ ਲੜੀ ਸ਼ੁਰੂ ਕੀਤੀ ਹੈ। ਆਪਾਂ ਉਹਦੇ ਅੱਜ ਦੂਸਰੇ ਸਾਲ 'ਚ ਇੱਥੇ ਬੈਠੇ ਹਾਂ। ਪਿਛਲੇ ਵਰੇ ਆਪਾਂ ਇਸੇ ਹੀ ਗ੍ਰਹਿ 'ਚ ਬੈਠ ਕੇ ਪੰਜਾਬੀ ਦੇ ਦੋ ਵੱਡੇ ਕਹਾਣੀਕਾਰਾਂ ਤ੍ਰਿਪਤਾ ਕੇ ਸਿੰਘ ਅਤੇ ਅਨੇਮਨ ਸਿੰਘ ਹੋਰਾਂ ਨੂੰ ਪਲੇਠੇ ਜਿਹੜੇ ਪੁਰਸਕਾਰ ਸੀਗੇ ਉਹ ਇੱਥੋਂ ਬੈਠ ਕੇ ਦਿੱਤੇ ਹੈ। ਇਸ ਵਾਰ ਵੀ ਬੜੇ ਮਾਣ ਦੇ ਨਾਲ ਆਪਾਂ ਇਹ ਗੱਲ ਆਪਣੇ ਸਾਰੇ ਮਿੱਤਰਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬੀ ਕਹਾਣੀ ਦੇ ਵਿੱਚ ਬਹੁਤ ਨਵੀਆਂ ਪੈੜ ਚਾਲਾਂ ਸਿਰਜਣ ਵਾਲੇ ਸਾਡੇ ਦੋਵੇਂ ਹੀ ਕਹਾਣੀਕਾਰ ਮੇਰੇ ਵੱਡੇ ਭਰਾਵਾਂ ਵਰਗੇ ਮਿੱਤਰ ਗੁਰਮੀਤ ਕੜਿਆਲਵੀ ਸਾਹਿਬ, ਜਿਨ੍ਹਾਂ ਦੀ ਪੁਸਤਕ ਹਾਰੀ ਨਾ ਬਚਨਿਆਂ ਨੇ ਇਸ ਵਰੇ ਦੇ ਵਿੱਚ ਆਲੋਚਕਾਂ ਦਾ ਜਿੱਥੇ ਬਹੁਤ ਧਿਆਨ ਖਿੱਚਿਆ, ਉੱਥੇ ਜਿਹੜੇ ਪੰਜਾਬੀ ਕਹਾਣੀ ਦੇ ਪਾਠਕ ਨੇ ਉਹਨਾਂ ਨੇ ਬੜੇ ਨੇੜਿਓਂ ਇਸ ਕਥਾ ਪੁਸਤਕ ਦੇ ਨਾਲ ਆਪਣਾ ਰਾਬਤਾ ਕੀਤਾ ਅਤੇ ਇਹਨਾਂ ਕਹਾਣੀਆਂ ਨੂੰ ਪਸੰਦ ਕੀਤਾ। ਪਹਿਲਾ ਪੁਰਸਕਾਰ ਜਿਹੜੇ ਉਹ ਸਾਡਾ ਵਿਜੇਤਾ ਨੇ, ਮੈਂ ਉਹਨਾਂ ਨੂੰ ਵੀ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਅੱਜ ਦੇ ਇਸ ਸਨਮਾਨ ਸਮਾਰੋਹ 'ਚ। ਦੂਜੇ ਸਾਡੇ ਜਿਹੜੇ ਇਸ ਪੁਰਸਕਾਰ ਜੇਤੂ ਨੇ ਡਾਕਟਰ ਸੁਖਪਾਲ ਥਿੰਦ ਨੇ, ਸਾਹਿਤ ਦੇ ਅਧਿਆਪਕ ਨੇ, ਸਾਹਿਤਕ ਬਹੁਤ ਸਾਰੇ ਵਿਦਿਆਰਥੀ ਇਹਨਾਂ ਦੀਆਂ ਪੜ੍ਹਾ ਕੇ ਇਹਨਾਂ ਕੋਲੋਂ ਪੜ੍ਹ ਕੇ ਜਿਹੜੇ ਹੈ ਉਹ ਸਾਹਿਤ ਦੇ ਖੇਤਰ ਦੇ ਵਿੱਚ ਉਹਨਾਂ ਨੇ ਵੱਡੀਆਂ ਮੱਲਾਂ ਮਾਰੀਆਂ। ਪਰ ਇਹ ਆਪ ਇੱਕ ਵਧੀਆ ਸਾਹਿਤਕਾਰ ਨੇ, ਚੰਗੇ ਕਹਾਣੀਕਾਰ ਨੇ। ਜਿੰਨੀਆਂ ਕਹਾਣੀਆਂ ਲਿਖੀਆਂ ਗੋਲਣਯੋਗ ਲਿਖੀਆਂ, ਲੋਕਾਂ ਦੀਆਂ ਨਜ਼ਰਾਂ 'ਚ ਆਉਣ ਵਾਲੀਆਂ ਲਿਖੀਆਂ, ਅਤੇ ਹਮੇਸ਼ਾ ਹੀ ਜਿਹੜੀ ਕਹਾਣੀ ਵੀ ਲਿਖਦੇ ਆ ਉਹ ਇਹਨਾਂ ਦੀ ਕਹਾਣੀ ਨਜ਼ਰ 'ਚ ਬਣੀ ਰਹਿੰਦੀ ਹੈ ਅਤੇ ਲੰਬਾ ਸਮਾਂ ਜਿਹੜਾ ਉਹ ਚੇਤਿਆਂ 'ਚ ਬਣੀ ਰਹਿੰਦੀ ਹੈ। ਡਾਕਟਰ ਸੁਖਪਾਲ ਚੰਦ, ਇਹਨਾਂ ਨੂੰ ਵੀ ਮੈਂ ਇਹਨਾਂ ਦੀ ਪੁਸਤਕ ਫੁੱਲਾਂ ਦੀ ਫਸਲ ਦੇ ਅੱਜ ਦੇ ਮੇਰੇ ਸਨਮਾਨ 'ਤੇ ਮੁਬਾਰਕਬਾਦ ਦਿੰਦਾ। ਅਤੇ ਤੀਜਾ ਵਿਸ਼ੇਸ਼ ਸਨਮਾਨ ਜਿਹੜਾ ਆਪਾਂ ਰਲ ਕੇ ਕਰਨਾ ਉਹ ਸਾਡੇ ਬਹੁਤ ਹੀ ਸਮਰੱਥ ਕਥਾਕਾਰ ਮਾਝੇ ਦੇ ਕੀ ਪੂਰੇ ਪੰਜਾਬੀ ਕਹਾਣੀ ਨੂੰ ਜਿਨ੍ਹਾਂ ਦੇ ਉੱਤੇ ਮਾਣ ਹੈ, ਭਾਜੀ ਮੁਖਤਾਰ ਗਿੱਲ ਸਾਹਿਬ। ਆਪਾਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਵੀ ਅੱਜ ਦੇ ਦਿਨ ਦੇ ਉੱਤੇ ਉਹਨਾਂ ਨੂੰ ਵੀ ਆਪਾਂ ਮਾਣ ਸਨਮਾਨ ਦੇਣਾ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਕਿ ਸਭ ਤੋਂ ਪਹਿਲਾਂ ਜਿਹੜੇ ਚੇਤਨ ਸਾਹਿਬ ਦੇ ਬੜੇ ਨੇੜਲੇ ਮਿੱਤਰ ਅਤੇ ਸਾਡੇ ਸਤਿਕਾਰਤ ਬੀਬਾ ਬਲਵੰਤ ਜੀ ਕਿ ਉਹ ਪ੍ਰਧਾਨਗੀ ਮੰਡਲ 'ਚ ਆਉਣ ਅਤੇ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰਨ। ਉਹਨਾਂ ਦੇ ਨਾਲ ਹੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਆਤਮ ਰੰਧਾਵਾ ਜੀ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਪ੍ਰਧਾਨਗੀ ਮੰਡਲ 'ਚ ਆ ਜਾਣ। ਮੈਂ ਬੜੇ ਅਦਬ ਅਤੇ ਮਾਣ ਦੇ ਨਾਲ ਅੱਜ ਦੇ ਵਿਸ਼ੇਸ਼ ਸਨਮਾਨ ਜੇਤੂ ਭਾਜੀ ਮੁਖਤਾਰ ਗਿੱਲ ਸਾਹਿਬ ਨੂੰ ਪਹਿਲਾਂ ਬੇਨਤੀ ਕਰੂੰਗਾ ਕਿ ਉਹ ਵੀ ਸਾਡੇ ਪ੍ਰਧਾਨਗੀ ਮੰਡਲ 'ਚ ਆਣ ਕੇ ਸਾਡੀ ਬਾਤ ਕਰੇ। ਅਤੇ ਨਾਲ ਹੀ ਮੇਰੀ ਬੇਨਤੀ ਹੈ ਕੜਿਆਲਵੀ ਸਾਹਿਬ ਨੂੰ ਕਿ ਉਹ ਵੀ ਜਿਨ੍ਹਾਂ ਦਾ ਸਬੱਬ ਬਣਿਆ ਅੱਜ ਆਪਾਂ ਸਾਰੇ ਇਕੱਠੇ ਹੋਏ ਇਸ ਸਨਮਾਨ ਪ੍ਰਾਪਤ ਕਰਨ ਲਈ ਸ਼ੁਭਤ ਹੋਣ। ਅਤੇ ਡਾਕਟਰ ਥਿੰਦ ਸਾਹਿਬ ਵੀ ਸਾਡੇ ਨਾਲ ਜਿਹੜੇ ਇਸ ਸਮਾਗਮ ਦੇ ਸਾਡੀ ਪ੍ਰਧਾਨਗੀ ਕਰਨ। ਚੇਤਨ ਪਰਿਵਾਰ ਸਾਰੇ ਜੀ ਅੱਜ ਆਪਾਂ ਭਾਜੀ ਦਲਬੀਰ ਚੇਤਨ ਹੋਰਾਂ ਦੇ ਛੋਟੇ ਬ੍ਰਦਰ ਭਾਜੀ ਜਗਦੀਸ਼ ਸਿੰਘ ਚੇਤਨ ਹੋਰਾਂ ਦੇ ਜਿਨ੍ਹਾਂ ਦੇ ਸੱਦੇ ਦੇ ਉੱਤੇ ਆਪਾਂ ਇੱਥੇ ਬੈਠੇ ਹਾਂ। ਸਾਡੀ ਅਗਵਾਈ ਕਰ ਰਿਹਾ ਚੇਤਨ ਪਰਿਵਾਰ ਵੱਲੋਂ। ਵਿਦੇਸ਼ 'ਚ ਬੈਠੇ ਇਹਨਾਂ ਦੇ ਪੁੱਤਰ ਭਾਵੇਂ ਨਵਚੇਤਨ ਹੋਰਾਂ ਦੀ ਗੱਲ ਹੋਵੇ, ਪੁਸ਼ਪਿੰਦਰ ਹੋਰਾਂ ਦੀ ਗੱਲ ਹੋਵੇ,
ਡਾਕਟਰ ਸਰਗੀ ਦੀ ਗੱਲ ਹੋਵੇ, ਸਾਰਾ ਪਰਿਵਾਰ ਇਸ ਦਿਨ ਨੂੰ ਪੂਰਾ ਸਾਲ ਉਡੀਕਦਾ, ਉਹਦੀਆਂ ਯੋਜਨਾਵਾਂ ਉਡੀਕਦੇ ਹੈ। ਸਾਲ ਭਰ ਲੇਖਕਾਂ ਨੂੰ ਬੇਨਤੀ ਕਰਕੇ ਕਿਤਾਬਾਂ ਮੰਗਵਾਉਂਦੇ ਹੈ, ਫਿਰ ਵੱਡੇ ਵਿਦਵਾਨਾਂ ਨੂੰ ਬੇਨਤੀ ਕਰਕੇ ਉਹਦੇ ਕੋਲੋਂ ਜੱਜਮੈਂਟ ਕਰਵਾਉਂਦੇ ਆ। ਆਪਣਾ ਇਹਨਾਂ ਦਾ ਕੋਈ ਵੀ ਉਹਦੇ 'ਚ ਲਾਗਾ ਦੇਗਾ ਕਿਸੇ ਕਿਸਮ ਦਾ ਵੀ ਨਹੀਂ ਹੁੰਦਾ, ਸਿਵਾਏ ਅੱਜ ਦੇ ਦਿਨ ਦੇ ਪ੍ਰਬੰਧ ਕਰਨ ਤੋਂ। ਸਾਡੇ ਸਾਰੇ ਇਹਨਾਂ ਦੀ ਹਾਜ਼ਰੀ 'ਚ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਨੀ ਆ ਪਰਿਵਾਰ ਵੱਲੋਂ ਤੁਹਾਨੂੰ ਜੀ ਆਇਆਂ ਆਖਣ ਲਈ। ਮੈਡਮ ਸਰਗੀ ਹੋਰਾਂ ਦੇ ਅਤੇ ਚੇਤਨ ਹੋਰਾਂ ਦੇ, ਨਵਚੇਤਨ ਹੋਰਾਂ ਦੇ ਚਾਚੀ ਜੀ, ਸਾਡੇ ਸਤਿਕਾਰਯੋਗ ਆਂਟੀ ਭੈਣ ਜੀ ਹਰਜਿੰਦਰ ਕੌਰ ਹੋਰਾਂ ਨੂੰ ਕਿ ਉਹ ਆਉਣ ਅਤੇ ਆਪਣੇ ਚੇਤਨ ਪਰਿਵਾਰ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਕਹਿਣਗੇ। ਕਥਾਕਾਰ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਮੌਕੇ ਜੋੜ ਬੈਠੇ ਸਭ ਜੀਆਂ ਨੂੰ ਨਿੱਘੀ ਜੀ ਆਇਆਂ ਆਖਦੀ ਹਾਂ। ਜਦ ਤੁਸੀਂ ਜਿਉਂਦੇ ਸੀ ਤਾਂ ਸਾਡੇ ਘਰ ਰਾਤ ਤੱਕ ਗੋਸ਼ਟੀਆਂ ਸਾਰੀ ਰਾਤ ਚੱਲਦੀਆਂ ਸੀ, ਅਤੇ ਅੱਜ ਫਿਰ ਤੋਂ ਉਹ ਦੀਵਾ ਬਲੇ ਸਾਰੀ ਰਾਤ ਦੀ ਯਾਦ ਤਾਜ਼ਾ ਹੋ ਗਈ ਹੈ। ਉਸ ਮੌਕੇ ਸਾਡੇ ਬੀਜੀ ਕਹਿੰਦੇ ਹੁੰਦੇ ਸੀ, ਮੈਂ ਉਹਨਾਂ ਰਾਹਾਂ ਤੋਂ ਵਾਰੀ ਜਾਂਦੀ ਹਾਂ ਜਿਨ੍ਹਾਂ ਰਾਹਾਂ ਤਾਈਂ ਤੁਸੀਂ ਤੁਰ ਕੇ ਆਏ ਹੋ। ਅਤੇ ਅੱਜ ਫਿਰ ਮੈਨੂੰ ਉਹਨਾਂ ਦੇ ਕਹੇ ਹੋਏ ਸ਼ਬਦ ਯਾਦ ਆਉਂਦੇ ਨੇ। ਭਾਜੀ ਵੀ ਤਾਂ ਸਭ ਨੂੰ ਜੀ ਆਇਆਂ ਕਹਿੰਦੇ ਹੁੰਦੇ ਸੀ, ਪਰ ਉਹਨਾਂ ਨੇ ਕਦੀ ਕਿਸੇ ਨੂੰ ਅਲਵਿਦਾ ਨਹੀਂ ਕਿਹਾ ਸੀ, ਪਰ ਉਹ ਖੁਦ ਅਲਵਿਦਾ ਕਹਿ ਗਏ। ਇਹ ਮੌਕੇ ਦੇ ਮੁਤਾਬਿਕ ਹੁਣ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹਾਂ। ਅੱਜ ਫਿਰ ਮੈਂ ਆਪਣੇ ਬੀਜੀ ਦੇ ਉਹੀ ਸ਼ਬਦਾਂ ਦੁਹਰਾਉਂਦੀ ਹੋਈ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖਦੀ ਹਾਂ। ਥੈਂਕ ਯੂ। ਹਨੇਰਾ ਹੋ ਗਿਆ ਤਾਂ ਡਰ ਕਾਹਦਾ, ਚਿਰਾਗਾਂ ਦਾ ਇੱਕ ਪਰਿਵਾਰ ਜਾਗੇ। ਸੂਰਜ ਨਹੀਂ ਰਿਹਾ ਤਾਂ ਖੌਫ ਕੋਈ ਨਹੀਂ, ਸਾਡੇ ਮੱਥੇ 'ਚ ਇੱਕ ਸੰਸਾਰ ਜਾਗੇ। ਦਲਬੀਰ ਚੇਤਨ ਹੋਰਾਂ ਦੇ ਜਿਹੜੀਆਂ ਪੈੜਾਂ ਉਹਨਾਂ ਨੇ ਕਹਾਣੀ 'ਚ ਸਿਰਜੀਆਂ ਨੇ, ਆਪਣੇ ਅਦਬੀ ਦੋਸਤਾਂ ਦੀ ਢਾਣੀ 'ਚ ਸਿਰਜੀਆਂ ਨੇ, ਮਨੁੱਖੀ ਕਦਰਾਂ ਕੀਮਤਾਂ ਦੀ ਜੀਵਨ ਸ਼ੈਲੀ 'ਚ ਸਿਰਜੀਆਂ ਨੇ, ਉਹਨਾਂ ਨੂੰ ਕਦੀ ਵੀ ਆਪਾਂ ਮਨਫੀ ਕਰਕੇ ਨਹੀਂ ਦੇਖ ਸਕਦੇ। ਉਹਦੀ ਬਹੁਤ ਵੱਡੀ ਮਿਸਾਲ ਹੈ ਕਿ ਬਹੁਤ ਵਾਰੀ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ, ਉਹ ਘਰ ਦੇ ਅੰਦਰ ਮੌਜੂਦ ਵੀ ਹੁੰਦਾ ਹੈ, ਉਹਦੀਆਂ ਜਿਹੜੀਆਂ ਨੇੜ ਦੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਦੀ ਵੀ ਕਦਰ ਘਰਾਂ 'ਚ ਘਟ ਜਾਂਦੀ ਹੈ, ਉਹਨਾਂ ਦੇ ਵੀ ਆਉਣ ਜਾਣ ਖਤਮ ਹੋ ਜਾਂਦੇ ਆ। ਲੇਕਿਨ ਇਹ ਚੇਤਨ ਸਾਹਿਬ ਵਰਗੀਆਂ ਵੱਡੇ ਹਸਤੀਆਂ ਦੀ ਹੀ ਇੱਕ ਘਾਲ ਕਮਾਈ ਹੈ ਕਿ ਉਹਨਾਂ ਦੀਆਂ ਜਵਾਨੀ ਵੇਲੇ ਦੀਆਂ ਦੋਸਤੀਆਂ ਅੱਜ ਵੀ ਉਹਨਾਂ ਦੀਆਂ ਪਰਿਵਾਰਾਂ ਨਾਲ ਮਿਲਦੇ ਨੇ, ਇੱਕ ਦੂਜੇ ਨਾਲ ਸਾਂਝੀਦਾਰ ਨੇ, ਗੱਲਾਂ ਕਰਦੇ ਨੇ। ਮੈਂ ਅੱਜ ਦੇ ਸਮਾਗਮ ਨੂੰ ਹੋਰ ਯਾਦਗਾਰੀ ਬਣਾਉਣ ਲਈ ਸਭ ਤੋਂ ਪਹਿਲਾਂ ਜਿਹੜੀ ਬੇਨਤੀ ਕਰਨੀ ਹੈ, ਚੇਤਨ ਸਾਹਿਬ ਦੇ ਬੜੇ ਨੇੜਲੇ ਮਿੱਤਰ ਅਤੇ ਬੜੀਆਂ ਨਿੱਕੀਆਂ ਗੱਲਾਂ ਇੱਕ ਦੂਜੇ ਦੀਆਂ ਰਾਜ ਦੀਆਂ ਵੀ ਆਪਣੇ ਦਿਲਾਂ ਅੰਦਰ ਰੱਖਣ ਵਾਲੇ ਬੀਬਾ ਬਲਵੰਤ ਸਾਹਿਬ ਨੂੰ ਕਿ ਉਹ ਜਿੱਥੇ ਚੇਤਨ ਸਾਹਿਬ ਦੀਆਂ ਗੱਲਾਂ ਕਰਨਗੇ, ਉਸ ਦੌਰ ਦੀਆਂ ਗੱਲਾਂ ਕਰਨਗੇ, ਉਸ ਪੀੜ੍ਹੀ ਦੀਆਂ ਗੱਲਾਂ ਕਰਨਗੇ ਜਿੱਥੇ ਇਹ ਸਾਰੇ ਵੱਡੇ ਕਥਾਕਾਰ ਸਾਡੇ ਸਾਹਿਤਕਾਰ ਜਦੋਂ ਵਿਚਰਦੇ ਰਹੇ ਤੇ ਇਹਨਾਂ ਦੇ ਪਰਿਵਾਰਾਂ ਵਰਗੇ ਜਿਹੜੇ ਸਬੰਧ ਜਿਹੜੇ ਅੱਜ ਤੱਕ ਕਾਇਮ ਹੈ, ਉਹ ਕਿੰਨਾ ਗੱਲਾਂ ਕਰਕੇ ਹੈ। ਕਿਉਂਕਿ ਅੱਜ ਆਪਾਂ ਲਿਖਦੇ ਵੀ ਜ਼ਰੂਰ ਹੈ, ਪੜ੍ਹਦੇ ਵੀ ਜ਼ਰੂਰ ਹੈ, ਦੋਸਤੀਆਂ ਵੀ ਜ਼ਰੂਰ ਮਾਣਦੇ ਹਾਂ, ਪਰ ਦਿਲਾਂ ਦੇ ਘੇਰੇ ਜਿੰਨੇ ਅੱਜ ਸੰਕੋਚ ਹੋ ਗਏ, ਛੋਟੇ ਹੋ ਰਹੇ ਆ, ਉਹ ਕੀ ਕਾਰਨ ਹੈ ਕਿ ਇੱਕ ਪੀੜ੍ਹੀ ਜਿਹੜੀ ਹੈ ਜਿੰਨੀ ਉਹਨਾਂ ਦੀ ਲਿਖਣ 'ਚ ਵਿਸ਼ਾਲਤਾ ਸੀ, ਉਨੀ ਉਹਨਾਂ ਦੀ ਮੇਲ ਵਰਤ ਦੇ ਵਿੱਚ ਵੀ ਵਿਸ਼ਾਲਤਾ ਸੀ। ਮੈਂ ਬੀਬਾ ਬਲਵੰਤ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰਨਗੇ। ਬੀਬਾ ਜੀ। ਪਿਆਰੇ ਦੋਸਤੋ, ਜਿਹੜੀ ਕਹਾਣੀ ਅੱਜ ਤੋਂ 45-50 ਸਾਲ ਪਹਿਲਾਂ ਚੱਲੀ ਸੀ ਜਾਂ ਬਣਨੀ ਸ਼ੁਰੂ ਹੋਈ ਸੀ, ਉਹ ਅਲੱਗ-ਅਲੱਗ ਪੜਾਵਾਂ 'ਤੇ ਯਾਤਰਾ ਕਰਦੀ ਹੋਈ ਇੱਥੇ ਤੱਕ ਪਹੁੰਚੀ। ਦਲਬੀਰ ਚੇਤਨ ਉਹਨਾਂ ਦੀ ਮੇਰੀ ਦੋਸਤੀ ਵੀ ਇੰਨੀ ਹੀ ਪੁਰਾਣੀ ਹੈ, ਕਿਉਂਕਿ ਸ਼ੁਰੂ ਦੇ ਵਿੱਚ ਮੇਰੀ ਜਿਹੜੀ ਮੁਲਾਕਾਤ ਇਹ ਸਾਰੇ ਗਰੁੱਪ ਦੇ ਨਾਲ, ਦਲਬੀਰ ਚੇਤਨ, ਪ੍ਰੇਮ ਗੋਰਖੀ, ਕਿਰਪਾਲ ਕਜ਼ਾਕ, ਜਸਵੀਰ ਭੁੱਲਰ, ਇਹ ਸਾਰਾ ਇੱਕ ਗਰੁੱਪ ਸੀ ਨਾਗਮਣੀ ਦਾ। ਕੁਝ ਸ਼ੁਰੂ ਦੇ ਵਿੱਚ ਮੈਂ ਕੁਝ ਕਹਾਣੀਆਂ ਲਿਖੀਆਂ ਜਿਹੜੀਆਂ ਨਾਗਮਣੀ ਛਪੀਆਂ ਸੀ। ਉਸ ਤੋਂ ਬਾਅਦ ਇੱਕ ਸਾਡਾ ਸਰਕਲ ਇੱਕ ਬਣਿਆ ਲਾਈਕ ਮਾਈਂਡਡ ਲੋਕਾਂ ਦਾ, ਇਹਨਾਂ ਨੂੰ ਮਿਲਣਾ ਗਿਲਣਾ, ਔਰ ਕਦੇ ਮਹਿਸੂਸ ਨਹੀਂ ਸੀ ਹੋ ਰਿਹਾ ਹੁੰਦਾ ਇਸ ਗੱਲ ਦਾ ਵੀ ਅਸੀਂ ਇੱਕ ਪਰਿਵਾਰ ਦੇ ਜੀਅ ਨਹੀਂ।
ਮਤਲਬ ਦੋਸਤੀਆਂ ਦੀ ਵੀ ਜਿਹੜੀ ਗਹਿਰਾਈ, ਹਾਲਾਂਕਿ ਰਿਸ਼ਤੇਦਾਰਾਂ ਦੇ ਵਿੱਚ ਤਾਂ ਬਹੁਤ ਕੁਝ ਲੁਕਿਆ ਰਹਿੰਦਾ, ਲੇਕਿਨ ਇਹ ਦੋਸਤੀਆਂ ਦੇ ਵਿੱਚ ਸਭ ਕੁਝ ਨੰਗਾ ਚਿੱਟਾ ਹੁੰਦਾ। ਦੁੱਖ ਸੁੱਖ, ਤੁਹਾਡੀਆਂ ਚੰਗਿਆਈਆਂ ਬੁਰਾਈਆਂ ਤੁਸੀਂ ਡਿਸਕਸ ਕਰਦੇ ਹੋ। ਸੋ ਉਹ ਜਦੋਂ ਇਹਨਾਂ ਦੀ ਪਹਿਲੀ ਚਿੱਠੀ ਮੈਨੂੰ ਦਲਬੀਰ ਚੇਤਨ ਦੀ ਪੋਸਟ ਕਾਰਡ 'ਤੇ ਆਈ ਕਿ ਮੈਂ ਤੇ ਗੋਰਖੀ ਇੱਕ ਕਿਤਾਬ ਐਡਿਟ ਕਰ ਰਹੇ ਹਾਂ, ਅਸੀਂ ਜਵਾਬ ਦਿੰਦੇ ਹਾਂ। ਅਸਲ ਦੇ ਵਿੱਚ ਉਹਨਾਂ ਦਿਨਾਂ 'ਚ ਵਰਿਆਮ ਸੰਧੂ ਨੇ ਇੱਕ ਗੱਲ ਕੀਤੀ ਸੀ ਕਿ ਕਹਾਣੀ ਦਾ ਯੁੱਗ ਖਤਮ ਹੋ ਗਿਆ। ਇਹ ਕਹਿੰਦੇ ਵੀ ਨਹੀਂ, ਕਹਾਣੀ ਦਾ ਯੁੱਗ ਕਦੇ ਖਤਮ ਨਹੀਂ ਹੁੰਦਾ। ਉਹ ਸੀਗਾ, ਉਹਨਾਂ ਨੇ ਕਹਾਣੀ ਸੀ ਦਿਓ ਕੋਈ ਜਵਾਬ, ਤੇ ਇਹਨਾਂ ਨੇ ਕਿਤਾਬ ਐਡਿਟ ਕੀਤੀ ਅਸੀਂ ਜਵਾਬ ਦਿੰਦੇ ਹਾਂ। ਤੇ ਉਹ ਕਾਰਡ ਦੇ ਉੱਤੇ ਕਿਹਾ ਵੀ ਅਸੀਂ ਤੇਰੀ ਕਹਾਣੀ ਸ਼ਾਮਲ ਕਰ ਲਈ ਉਹਦੇ ਵਿੱਚ, ਕਿਤਾਬ ਦੇ ਵਿੱਚ। ਮੈਂ ਕਿਹਾ ਯਾਰ ਇਹ ਪੁੱਛਣ ਵਾਲੀ ਕਿਹੜੀ ਗੱਲ ਆ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਸੋ ਉਹ ਸਿਲਸਿਲਾ ਦੋਸਤੀਆਂ ਦਾ ਉਹ ਚੱਲਿਆ ਐਸਾ, ਤੇ ਮੈਂ ਕਈ ਦਿਨ ਆ ਕੇ ਚੇਤਨ ਦੇ ਪਿੰਡ ਤਾਰਾਗੜ੍ਹ ਤਲਾਵਾਂ ਬੈਠੇ ਰਹਿਣਾ। ਉਸ ਤਰ੍ਹਾਂ ਹੀ ਜਿਵੇਂ ਆਪਣੇ ਇੱਕ ਨਾਨਕੇ ਪਿੰਡ ਜਾਈਦਾ ਸਮਝ ਲਓ, ਤੇ ਕਦੇ ਮਹਿਸੂਸ ਹੀ ਨਹੀਂ ਸੀ ਹੁੰਦਾ ਵੀ ਅਸੀਂ ਬਗਾਨੀ ਜਗ੍ਹਾ 'ਤੇ ਬੈਠੇ ਹਾਂ। ਮਾਤਾ ਨਾਲ ਗੱਲਾਂ ਕਰੀ ਜਾਣੀਆਂ, ਭਰਜਾਈ ਨਾਲ ਗੱਲਾਂ ਹੋਈ ਜਾਣੀਆਂ। ਤੋ ਉਹ ਜਿਹੜਾ ਸਿਲਸਿਲਾ ਸੀ, ਉਸ ਵਕਤ ਸਰਗੀ ਹੋਣੀ ਛੋਟੇ ਛੋਟੇ ਬੱਚੇ ਸੀਗੇ। ਅਸੀਂ ਜਦੋਂ ਗੱਲਾਂ ਕਰਨੀਆਂ, ਕੁਝ ਕਵਿਤਾਵਾਂ ਸੁਣਾਉਣੀਆਂ, ਕਹਾਣੀਆਂ ਦੀਆਂ ਗੱਲਾਂ ਕਰਨੀਆਂ, ਤੇ ਦੂਸਰੇ ਦਿਨ ਸਰਗੀ ਨੇ ਸਾਨੂੰ ਉਹ ਟੋਟਕੇ ਜਿਹੇ ਯਾਦ ਕਰਕੇ ਸੁਣਾ ਦੇਣੇ ਕਿ ਰਾਤ ਬੀਬਾ ਅੰਕਲ ਤੁਸੀਂ ਇਹ ਕਿਹਾ ਸੀ, ਰਾਤੀ ਇਹ ਗੱਲ ਹੋਈ ਸੀ। ਸੋ ਜਿਹੜੀ ਇਹ ਯਾਤਰਾ ਇਹ ਆਪਣੇ ਇੰਨੀ ਕੰਟੀਨਿਊ ਰਹਿਣੀ, ਜਾਰੀ ਰਹਿਣੀ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਸ ਕਹਾਣੀ ਦੀ ਤੰਦ ਸਾਡੀ ਇਹ ਬੇਟੀ ਸਰਗੀ ਨੇ ਪਕੜ ਲਈ ਹੈ, ਔਰ ਬੜੀ ਮਜ਼ਬੂਤੀ ਨਾਲ ਆਪਣੇ ਸਾਰੇ ਇਸ ਪਰਿਵਾਰ ਨੂੰ ਇੱਕ ਮਾਣ ਬਖਸ਼ਿਆ ਆਪਣੇ ਪਿਤਾ ਦੇ ਨਾਂ 'ਤੇ। ਔਰ ਮੈਂ ਜਿਹੜੇ ਦੋ ਕਥਾਕਾਰ ਨੇ ਆਪਣੇ ਸੁਖਪਾਲ ਥਿੰਦ ਹੁਣਾਂ ਨੂੰ ਔਰ ਕੜਿਆਲਵੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਕਿ ਇਹਨਾਂ ਦੀ ਇਸ ਸੈਸ਼ਨ ਦੇ ਵਿੱਚ ਚੋਣ ਹੋਈ। ਤੇ ਤੀਸਰਾ ਬੰਦਾ ਸਾਡਾ ਮੁਖਤਿਆਰ ਗਿੱਲ, ਇਹਦੀ ਮੇਰੀ ਦੋਸਤੀ ਤਕਰੀਬਨ 50-52 ਸਾਲ ਦੀ। ਸਭ ਤੋਂ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ 'ਚ ਮੇਰਾ ਦੋਸਤ ਮੁਖਤਿਆਰ ਗਿੱਲ ਹੀ ਬਣਿਆ, ਕਿਉਂਕਿ 69 ਦੇ ਵਿੱਚ ਮੈਂ ਗੁਰਦਾਸਪੁਰ ਆਇਆ ਇੱਕ ਪੋਸਟ 'ਤੇ ਜੁਆਇਨ ਕਰਨ ਵਾਸਤੇ, ਔਰ 70 ਦੇ ਵਿੱਚ ਹੀ ਮੈਨੂੰ ਮੁਖਤਿਆਰ ਗਿੱਲ ਮਿਲਿਆ। ਉਦੋਂ ਇਹਦੀ ਆਖਰੀ ਚੂੜੀਆਂ ਕਹਾਣੀ ਨਾਗਮਣੀ ਛਪੀ ਸੀ, ਤੇ ਉਦੋਂ ਮੁਖਤਿਆਰ ਗਿੱਲ ਆਖਰੀ ਚੂੜੀਆਂ ਵਾਲਾ ਹੀ ਕਹਾਉਂਦਾ ਸੀ। ਤੇ ਉਹ ਦੋਸਤੀ ਅੱਜ ਵੀ ਨਿਭ ਰਹੀ ਹੈ। ਅਸਲ 'ਚ ਦੋਸਤੀਆਂ ਨਿਭਣ ਦਾ ਕਾਰਨ ਹੈ ਕਿ ਟਰਾਂਸਪੇਰੈਂਸੀ, ਪਾਰਦਰਸ਼ਤਾ ਜਿਹੜੀ ਹੈ ਨਾ। ਜਦੋਂ ਤੁਸੀਂ ਕਿਤੇ ਵੀ ਓਲਾ ਜਾਂ ਲੁਕਵੀਂ ਗੱਲ ਕਰੋਗੇ, ਉਹ ਕਦੇ ਵੀ ਰਿਸ਼ਤੇ ਨਹੀਂ ਨਿਭਦੇ ਹੁੰਦੇ। ਦੁੱਖ ਸੁੱਖ ਸਾਂਝੇ। ਹੁਣ ਦੇਖੋ ਅਸੀਂ 77 'ਚ ਮੈਂ ਚਲਾ ਗਿਆ, ਮੁਖਤਿਆਰ ਗਿੱਲ ਮੇਰਾ ਹਾਣੀ ਹੈ, ਇੱਕ 2 ਮਹੀਨੇ ਮੇਰੇ ਤੋਂ ਵੱਡਾ ਹੀ ਮੇਰਾ ਭਰਾ। ਹਾਲੇ ਵੀ ਦੋਸਤੀਆਂ ਨਿਭ ਰਹੀਆਂ ਨੇ, ਪੁਰਾਣੀਆਂ ਗੱਲਾਂ ਯਾਦ ਕਰੀ ਦੀਆਂ ਨੇ। ਸੋ ਮਕਸਦ, ਗੱਲਾਂ ਤਾਂ ਖੈਰ ਬਹੁਤ ਨੇ, ਭਾਵੇਂ ਸਾਰਾ ਦਿਨ ਲੱਗੇ ਰਹੀਏ, ਪਰ ਜਿਹੜੀ ਪਿਰਤ ਸਰਗੀ ਨੇ ਪਾਈ ਹੈ, ਇਹ ਬਹੁਤ ਅੱਛੀ ਗੱਲ ਹੈ। ਇਸੇ ਬਹਾਨੇ ਇੱਕ ਵਿਛੜੀ ਰੂਹ ਨੂੰ ਆਪਾਂ ਯਾਦ ਕਰਦੇ ਹਾਂ, ਤੇ ਬਾਕੀ ਜਿਹੜੇ ਆਉਣ ਵਾਲੀਆਂ ਹੋਰ ਨਸਲਾਂ ਨੇ ਉਹ ਵੀ ਇਸ ਗੱਲ ਤੋਂ ਪ੍ਰੇਰਨਾ ਲੈਣਗੀਆਂ। ਸੋ ਜੇ ਅੱਜ ਚੇਤਨ ਜਿਉਂਦਾ ਹੁੰਦਾ, ਸਾਡੀ ਉਮਰ ਦਾ ਹੀ ਹੋਣਾ ਸੀ ਉਹਨੇ। ਤੇ ਖੈਰ ਕੁਦਰਤ ਦੇ ਭਾਣੇ ਨੂੰ ਆਪਾਂ ਨਹੀਂ ਇਹਨੂੰ ਅਦਲ ਬਦਲ ਕਰ ਸਕਦੇ। ਸੋ ਜਿਹੜੀ ਇਹਦੀ ਆਪਣੀ ਚੇਤਨ ਉਹਨਾਂ ਦੀ ਘਾਲਣਾ ਸੀ, ਉਹ ਵੀ ਕਮਾਲ ਸੀ। ਅਸੀਂ ਭੱਜ ਦੌੜ ਕਰਕੇ ਕਿਤਾਬਾਂ ਛਾਪਣੀਆਂ, ਇੱਧਰ ਜਾਣਾ, ਪ੍ਰੂਫ ਪੜ੍ਹਨੇ, ਤੇ ਉਹ ਵੀ ਇੱਕ ਕਮਾਲ ਦਾ ਸਮਾਂ ਸੀ ਜਿਹੜਾ ਕਿ ਕਦੇ ਵੀ ਨਹੀਂ ਭੁੱਲ ਸਕਦਾ ਜਦ ਤੱਕ ਜਿਉਂਦੇ ਹਾਂ। ਤੋ ਸਾਡਾ ਦੋਸਤ ਜਦ ਤੱਕ ਅਸੀਂ ਜਿਉਂਦੇ ਹਾਂ, ਸਾਡੇ ਸਾਹ ਨਾਲ ਸਾਹ ਲੈਂਦਾ ਰਹੇਗਾ ਤੇ ਹਮੇਸ਼ਾ ਸਾਡੇ ਅੰਦਰ ਮੌਜੂਦ ਰਹੇਗਾ। ਸੋ
ਇਹ ਕਈ ਵਾਰੀ ਮੈਂ ਚੇਤਨ ਨੂੰ ਸ਼ੇਅਰ ਸੁਣਾਉਣਾ ਕਿ ਇਹ ਕਈ ਵਾਰੀ ਇਹਨੇ ਕਹਿਣਾ ਉਹ ਯਾਰ ਸਾਡਾ ਕੀ ਬਣੂ। ਮੈਂ ਕਿਹਾ ਗੱਲ ਇਹ ਹੈ ਚੇਤਨ ਵੀ ਜੇ ਕੁਝ ਹੋਇਆ ਕੁੰਦਨ ਬਣ ਜੂ, ਨਹੀਂ ਤਾਂ ਰਾਖ ਦੀ ਢੇਰੀ, ਵੇਖ ਲਵਾਂਗੇ ਅੱਗ ਦੇ ਵਿੱਚੋਂ ਆਪਣਾ ਆਪ ਗੁਜ਼ਾਰ। ਤੇ ਸੋ ਕੁੰਦਨ ਬਣ ਗਏ। ਮਿਹਰਬਾਨੀ। ਸਭ ਤੋਂ ਪਹਿਲਾਂ ਕਿਉਂਕਿ ਇਹ ਚੇਤਨ ਪਰਿਵਾਰ ਦੇ ਨਾਲ ਇਹ ਸਾਰਾ ਸਾਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਦੇ ਦਿਨ ਨੂੰ ਉਡੀਕਦੇ ਆ, ਉਹਦੀਆਂ ਕਈ ਕਿਸਮ ਦੀਆਂ ਵਿਉਂਤਾਂ ਜਿਹੜੀਆਂ ਨੇ ਉਹ ਕਰਦੇ ਆ, ਘੜਦੇ ਆ, ਤਲਾਸ਼ਦੇ ਆ। ਇਹਨਾਂ ਦੇ ਜਿੱਥੇ ਨਵਚੇਤਨ ਹੋਰਾਂ ਦਾ ਕਿਉਂਕਿ ਵਿਦੇਸ਼ਾਂ ਦੀਆਂ ਮਜਬੂਰੀਆਂ ਨੇ ਅੱਜ ਦੇ ਸਮਾਗਮ 'ਚ ਨਹੀਂ ਪਹੁੰਚ ਸਕੇ, ਉਹਨਾਂ ਦਾ ਵੀ ਸਾਨੂੰ ਜਿਹੜਾ ਵਾ ਇੱਕ ਸੰਦੇਸ਼ ਜਿਹੜਾ ਪਹੁੰਚਾ ਵਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ। ਪਰ ਉਹਦੇ ਤੋਂ ਵੀ ਪਹਿਲਾਂ ਇਹਨਾਂ ਦੇ ਪਰਿਵਾਰ ਨਾਲ ਬਹੁਤ ਰਿਸ਼ਤੇਦਾਰੀ ਨਾਲੋਂ ਵੀ ਨੇੜਲਾ ਮੋਹ ਰੱਖਣ ਵਾਲੇ ਅਤੇ ਖਾਸ ਕਰਕੇ ਪੰਜਾਬੀ ਗਲਪ ਦੇ ਵਿੱਚ ਵਿਸ਼ੇਸ਼ ਯੋਗਦਾਨ ਹਰ ਤਰੀਕੇ ਨਾਲ ਜਿਹੜੇ ਸਾਡੇ ਪ੍ਰਵਾਸੀ ਸਾਡੇ ਸਾਹਿਤਕਾਰ ਨੇ, ਸਾਡੇ ਮਿੱਤਰ ਜਿਹੜੇ ਵਿਦੇਸ਼ਾਂ 'ਚ ਜਾ ਬੈਠੇ ਉਹ ਕਰਦੇ ਆ। ਉਹਨਾਂ ਦੇ ਵਿੱਚ ਅਜੇ ਤਨਵੀਰ ਦਾ ਨਾਂ ਜਿਹੜਾ ਵਾ ਮੋਹਰਲੀਆਂ ਸਫਾਂ ਦੇ ਵਿੱਚ ਆਉਂਦਾ। ਬਹੁਤ ਸਾਰੇ ਜਿਹੜੇ ਪੰਜਾਬੀ ਦੇ ਸਿਰ ਕੱਢ ਸਾਹਿਤਕ ਮੈਗਜ਼ੀਨ ਨੇ ਉਹਨਾਂ ਦੀ ਸਮੇਂ-ਸਮੇਂ 'ਤੇ ਇਮਦਾਦ ਕਰਨੀ, ਨਿਰੀ ਇਮਦਾਦ ਹੀ ਨਹੀਂ ਕਰਨੀ, ਉਹਨਾਂ ਦੀ ਧਿਰ ਬਣ ਕੇ ਖਲੋਣਾ, ਹਰ ਤਰ੍ਹਾਂ ਦੀ ਉਹਨਾਂ ਦੇ ਨਾਲ ਜਿਹੜਾ ਵਾ ਉਹਨਾਂ ਦਾ ਸਾਥ ਦੇਣਾ। ਅੱਜ ਦੇ ਇਸ ਸਮਾਗਮ ਦੇ ਵਿੱਚ ਵੀ ਉਹਨਾਂ ਨੇ ਬਹੁਤ ਦਿਲਚਸਪੀ ਦੇ ਨਾਲ ਸਾਰਾ ਸਾਲ ਜਿਹੜਾ ਵਾ ਉਹ ਆਪਣਾ ਦਿਲ ਦੀਆਂ ਗਹਿਰਾਈਆਂ ਤੋਂ ਇਹਦੇ ਨਾਲ ਜੁੜੇ ਰਹੇ ਆ, ਨਿੱਕੀਆਂ ਨਿੱਕੀਆਂ ਗੱਲਾਂ ਕਰਕੇ। ਮੈਂ ਸਭ ਤੋਂ ਪਹਿਲਾਂ ਸਰਗੀ ਹੋਰਾਂ ਨੂੰ ਬੇਨਤੀ ਕਰਨੀ ਹੈ ਕਿ ਜਿਹੜਾ ਉਹਨਾਂ ਦਾ ਸੰਦੇਸ਼ ਅਜੇ ਤਨਵੀਰ ਹੋਰਾਂ ਦਾ ਵਾ ਉਹ ਸਾਡੇ ਨਾਲ ਸਾਂਝਾ ਕਰਕੇ ਸਰੋਤਿਆਂ ਦੇ ਨਾਲ ਇੱਥੇ ਮਾਈਕ ਦੇ ਲਾਗੇ ਆ ਜਾਓ, ਫਿਰ ਇੱਥੋਂ ਆਵਾਜ਼ ਜਿਹੜੀ ਆ ਉਹਨਾਂ ਤੱਕ ਵੀ ਪਹੁੰਚ ਜਾਏਗੀ ਵਾਪਸ, ਅਤੇ ਆਪਾਂ ਸਾਰੇ ਸੁਣ ਲਾਂਗੇ। ਅਜੇ ਤਨਵੀਰ ਪ੍ਰਸਿੱਧ ਸਾਡੇ ਗਜ਼ਲਗੋ ਅਤੇ ਸ਼ਾਇਰ ਅਮਰੀਕਾ ਤੋਂ ਜਿਹੜੇ ਆ ਉਹ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਆਪਣੇ ਦਿਲ ਦੇ ਜਿਹੜੇ ਹਾਵ ਭਾਵ ਹੈ ਉਹ ਸਾਡੇ ਨਾਲ ਅੱਜ ਦੇ ਸਮਾਗਮ ਅਜੇ ਤਨਵੀਰ ਇਹ ਲਾਗੇ ਰੱਖਿਓ ਨਾ ਬਸ। ਦਲਵੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਮੌਕੇ ਜੁੜ ਬੈਠੇ ਸਭ ਵਿਦਵਾਨ ਕਹਾਣੀਕਾਰ ਦੋਸਤੋ ਤੇ ਦਲਵੀਰ ਚੇਤਨ ਹੋਰਾਂ ਦੇ ਮੁਹੱਬਤੀਆਂ ਨੂੰ ਮੈਂ ਅਤੇ ਮੇਰੀ ਹਮਸਫਰ ਰਾਣੋ ਵੱਲੋਂ ਨਿੱਘੀ ਜੀ ਆਇਆਂ। ਮੈਂ ਬਾਪੂ ਦਲਵੀਰ ਚੇਤਨ ਹੋਰਾਂ ਨੂੰ ਮਿਲਿਆ ਨਹੀਂ, ਪਰ ਅੱਖਰਾਂ ਰਾਹੀਂ ਜਾਣਦਾ ਹਾਂ। ਉਹਨਾਂ ਦੇ ਅੱਖਰ ਰਿਸ਼ਤਿਆਂ ਦੇ ਆਰ-ਪਾਰ, ਮਹਿੰਦੀ ਵਿਚਾਰ, ਪਰਿਕਰਮਾ, ਖਾਰਾ ਬੱਦਲ, ਪਾਲਕ ਦਾ ਬੂਟਾ, ਧਰਮ ਯੁੱਧ ਜਾਰੀ ਹੈ, ਦਰ ਦਰਵੇਸ਼, ਇੱਕ ਵਾਰੀ ਫਿਰ, ਵਿਦਾ ਹੋਣ ਤੋਂ ਪਹਿਲਾਂ, ਹੋਰ ਵੀ ਅਨੇਕਾਂ ਅੱਖਰ। ਉਹਨਾਂ ਦੇ ਪਾਏ ਅੱਖਰ ਹੀ ਅੱਜ ਦੀ ਮਹਿਫਲ ਦਾ ਸਬੱਬ ਹਨ, ਅੱਜ ਦੀ ਮਹਿਫਲ ਦਾ ਸ਼ਿੰਗਾਰ ਹਨ। ਦਲਵੀਰ ਚੇਤਨ ਹੋਰੀ ਆਪਣੀ ਕਵਿਤਾ ਵਿੱਚ ਆਖਦੇ ਹਨ, ਰੁੱਤਾਂ ਭੌਂਦੀਆਂ ਦਾ ਗੇੜ ਕਿਸ ਤੋਂ ਢਾਲ ਹੁੰਦਾ ਹੈ, ਜਦੋਂ ਰੁੱਤ ਕੋਲ ਨਹੀਂ ਹੁੰਦੀ ਕਿ ਰੁੱਖ ਦਾ ਹਾਲ ਹੁੰਦਾ ਹੈ। ਤਾਂ ਮੈਂ ਆਖਦਾ ਹਾਂ, ਆਉਣਾ ਮਿਲਣ ਜਦੋਂ ਵੀ ਮਹਿਕ ਵਾਂਗ ਆਵੀਂ, ਵਾਪਸ ਜਦੋਂ ਵੀ ਜਾਣਾ ਤਾਂ ਯਾਦ ਬਣ ਕੇ ਜਾਵੀਂ। ਇਸ ਦੇ ਨਾਲ ਹੀ ਜੀਤੂ ਕਹਾਣੀਕਾਰ ਗੁਰਮੀਤ ਕੜਿਆਲਵੀ ਜੀ ਤੇ ਸੁਖਪਾਲ ਥਿੰਦ ਜੀ ਨੂੰ ਅਸੀਂ ਪ੍ਰਦੇਸਾਂ ਤੋਂ ਮੁਬਾਰਕਬਾਦ ਭੇਜਦੇ ਹਾਂ। ਇਸ ਦੇ ਨਾਲ ਹੀ ਵਿਸ਼ੇਸ਼ ਸਨਮਾਨ ਨਾਲ ਨਵਾਜੇ ਜਾਣ ਵਾਲੇ ਮੁਖਤਾਰ ਗਿੱਲ ਹੋਰਾਂ ਨੂੰ ਵੀ ਮੁਬਾਰਕਬਾਦ ਭੇਜਦੇ ਹਾਂ। ਪਿਆਰੇ ਦੋਸਤੋ, ਇਹ ਪੁਰਸਕਾਰ ਹਰੇਕ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਹੀ ਦਿੱਤਾ ਜਾਵੇਗਾ। ਅਗਲੇ ਸਾਲ ਤੁਹਾਡੇ ਨਾਲ ਫਿਰ ਜੁੜ ਕੇ ਬੈਠਣ ਦਾ ਵਾਅਦਾ ਕਰਦੇ ਹਾਂ। ਬੇਸ਼ੱਕ ਜਾਣਾ ਹੈ ਤਾਂ ਜਾਵੀਂ, ਰੁੱਤਾਂ ਵਾਂਗਰ ਮੁੜ ਕੇ ਆਵੀਂ। ਬੇਸ਼ੱਕ ਜਾਣਾ ਹੈ ਤਾਂ ਜਾਵੀਂ, ਰੁੱਤਾਂ ਵਾਂਗਰ ਮੁੜ ਕੇ ਆਵੀਂ। ਬਹੁਤ ਸ਼ੁਕਰੀਆ ਜੀ। ਮੈਂ ਚੇਤਨ ਹੋਰਾਂ ਨੂੰ ਆਪਾਂ ਸਾਰੇ ਜਿਹੜੇ ਸੋਸ਼ਲ ਮੀਡੀਆ 'ਤੇ ਜਦੋਂ ਉਹਨਾਂ ਦੇ ਕੋਈ ਪੋਸਟ ਪੜ੍ਹਦੇ ਆ, ਉਹ ਭਾਵੇਂ ਰਾਜਨੀਤਿਕ ਸਾਡੇ ਇੱਥੋਂ ਦੇ ਹਿੰਦੁਸਤਾਨ ਦੇ ਹਾਲਾਤਾਂ ਦੀ ਹੋਵੇ,
ਚਾਹੇ ਕਿਰਸਾਨੀ ਜਿਹੜੀ ਆਪਾਂ 1.5 ਸਾਲ ਦੇ ਲਗਭਗ ਤੋਂ ਇਹਦੇ 'ਤੇ ਸੰਘਰਸ਼ ਚੱਲ ਰਿਹਾ, ਭਾਵੇਂ ਉਸ ਵਿਸ਼ੇ 'ਤੇ ਹੋਵੇ, ਭਾਵੇਂ ਇੱਥੋਂ ਦੇ ਸਿੱਖਿਆ ਤੰਤਰ ਦੀ ਕੋਈ ਗੱਲ ਹੋਵੇ, ਨਵਚੇਤਨ ਹੋਰੀ ਬਹੁਤ ਬਰੀਕ ਬਾਨੀ ਦੇ ਨਾਲ ਉਹਦੇ 'ਤੇ ਚਰਚਾ ਛੇੜਦੇ ਆ ਅਤੇ ਉਹ ਹਰ ਗੱਲ ਜਿਹੜੀ ਆ ਉਹ ਹਰ ਰੋਜ਼ ਨਵੀਂ ਤੋਂ ਨਵੀਂ ਗੱਲ ਜਿਹੜੀ ਹੈ ਬੜੀ ਸਿਆਣਪ ਅਤੇ ਸੂਝ ਦੇ ਨਾਲ, ਇੱਕ ਚੰਗੇ ਸ਼ਬਦਾਂ ਦੇ ਨਾਲ ਉਹ ਸਾਡੇ ਨਾਲ ਸਾਂਝੀ ਕਰਦੇ ਆ। ਅੱਜ ਉਹ ਬੇਸ਼ੱਕ ਸਾਡੇ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਹ ਅੱਜ ਵੀ ਸਾਡੇ ਨਾਲ ਜੁੜੇ ਨੇ। ਵਿਦੇਸ਼ 'ਚ ਬੈਠੇ ਵੀ ਉਹ ਇਹ ਸਾਰੇ ਸਮਾਗਮ ਨੂੰ ਨੇੜਿਓਂ ਜਿਹੜੇ ਆ ਉਹ ਵਾਚ ਰਹੇ ਆ। ਮੈਂ ਸਰਗੀ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਨਵਚੇਤਨ ਹੋਰਾਂ ਦਾ ਵੀ ਜਿਹੜਾ ਸਾਡਾ ਸੰਦੇਸ਼ ਅੱਜ ਦੇ ਦਿਨ ਦੇ ਉੱਤੇ ਉਹ ਸਾਡੇ ਨਾਲ ਸਾਂਝਾ ਕਰੀਏ, ਅਤੇ ਉਹਨਾਂ ਤੋਂ ਬਾਅਦ ਫਿਰ ਆਪਾਂ ਭੀਮ ਸੈਨ ਭਾਰਦਵਾਜ ਸਾਹਿਬ ਕੋਲੋਂ ਇੱਕ ਦੋ ਗੱਲਾਂ ਜਿਹੜੀਆਂ ਨਵਚੇਤਨ ਹੋਰਾਂ ਦੀਆਂ ਉਹ ਸੁਣਾਂਗੇ। ਇਸ ਤੋਂ ਪਹਿਲਾਂ ਕਿ ਮੈਂ ਇਸ ਸਮਾਗਮ 'ਚ ਹਾਜ਼ਰ ਸਾਰਿਆਂ ਨੂੰ ਖੁਸ਼ ਆਮਦੀਦ ਕਹਾਂ, ਮੈਨੂੰ ਲੱਗਦਾ ਹੈ ਕਿ ਉਸ ਮਹਿਫਿਲ 'ਚ ਬੋਲਣਾ ਹਮੇਸ਼ਾ ਹੀ ਔਖਾ ਹੁੰਦਾ ਹੈ ਜਿੱਥੇ ਸੁਣਨ ਵਾਲੇ ਸਾਰੇ ਹੀ ਤੁਹਾਡੇ ਤੋਂ ਵੱਧ ਸਿਆਣੇ ਹੋਣ। ਪਰ ਮੈਨੂੰ ਇਹ ਵੀ ਲੱਗਦਾ ਕਿ ਇਹੋ ਜਿਹੀ ਸਿਆਣਿਆਂ ਦੀ ਮਹਿਫਿਲ 'ਚ ਬੋਲਣ ਦਾ ਮੌਕਾ ਮਿਲਣਾ ਵੀ ਆਪਣੇ ਆਪ ਵਿੱਚ ਇੱਕ ਬੜੀ ਮਾਣ ਵਾਲੀ ਗੱਲ ਹੈ। ਸੋ ਮੈਂ ਇੱਕ ਮਾਣ ਅਤੇ ਝਿਜਕ ਦੇ ਮਿਸ਼ਰਨ ਜਿਹੇ ਵਿੱਚ ਇਹ ਜ਼ਿੰਮੇਵਾਰੀ ਨਿਭਾ ਰਿਹਾ ਹਾਂ। ਮੈਂ ਇਸ ਸਮਾਗਮ 'ਚ ਹਾਜ਼ਰ ਸਾਰੇ ਹੀ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦਾ ਹਾਂ, ਉਸ ਘਰ ਦੇ ਵਿਹੜੇ ਵਿੱਚ ਜਿਹੜਾ ਦਲਬੀਰ ਚੇਤਨ ਦੀ ਕਲਮੇ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ। ਮੈਂ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ 2021 ਦੇ ਦੋਵਾਂ ਜੇਤੂਆਂ ਗੁਰਮੀਤ ਕੜਿਆਲਵੀ ਅਤੇ ਸੁਖਪਾਲ ਥਿੰਦ ਹੋਰਾਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਹਾਂ। ਮੈਂ ਆਪਣੇ ਕਹਾਣੀਕਾਰ ਚਾਚੇ ਮੁਖਤਾਰ ਗਿੱਲ ਹੋਰਾਂ ਨੂੰ ਵੀ ਉਹਨਾਂ ਦੇ ਪੰਜਾਬੀ ਕਹਾਣੀ ਵਿੱਚ ਪਾਏ ਯੋਗਦਾਨ ਲਈ ਮੁਬਾਰਕਬਾਦ ਦਿੰਦਾ ਹਾਂ। ਮੈਨੂੰ ਕਈ ਵਾਰ ਲੱਗਦਾ ਕਿ ਇਹ ਜੋ ਅੱਜ ਦਾ ਇਕੱਠ ਹੈ ਇਹ ਦੋ ਪਰਿਵਾਰਾਂ ਦਾ ਇਕੱਠ ਹੈ। ਇੱਕ ਤਾਂ ਦਲਬੀਰ ਚੇਤਨ ਦਾ ਉਹ ਪਰਿਵਾਰ ਹੈ ਜਿਹੜਾ ਸਮਾਜਿਕ ਦਾਇਰੇ ਤੋਂ ਅਸੀਂ ਪਰਿਵਾਰ ਆਖਦੇ ਹਾਂ, ਅਤੇ ਦੂਸਰਾ ਪਰਿਵਾਰ ਉਹ ਪਰਿਵਾਰ ਹੈ ਜਿਹੜਾ ਉਹਨੇ ਆਪਣੇ ਅੱਖਰਾਂ ਰਾਹੀਂ ਕਮਾਇਆ। ਅਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਦੋ ਪਰਿਵਾਰਾਂ ਦਾ ਇਕੱਠੇ ਹੋਣ ਦਾ ਸਬੱਬ ਹੈ, ਅਤੇ ਇੱਕ ਦਾ ਦੂਸਰੇ ਨੂੰ ਅਗਲਵਾਂਢੀ ਹੋ ਕੇ ਜੀ ਆਇਆਂ ਕਹਿਣ ਦਾ ਮੌਕਾ ਹੈ। ਮੈਂ ਆਪਣੀ ਗੱਲ ਨੂੰ ਮੁਖਤਸਰ ਰੱਖਦਿਆਂ ਇਹੀ ਕਹਾਂਗਾ ਕਿ ਮੈਂ ਜਾਣ-ਬੁੱਝ ਕੇ ਇਹਨਾਂ ਤਿੰਨਾਂ ਕਹਾਣੀਕਾਰਾਂ ਦੀ ਕਹਾਣੀ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਪੰਜਾਬੀ ਕਹਾਣੀ ਦਾ ਇੱਕ ਪਾਠਕ ਅਤੇ ਸਿਖਾਂਦਰੂ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਕਹਾਣੀ ਬਾਰੇ ਗੱਲ ਕਰਨੀ ਮੇਰੇ ਵੱਸ ਤੋਂ ਬਾਹਰ ਦੀ ਗੱਲ ਹੈ। ਅਤੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਇਹਨਾਂ ਕਹਾਣੀਕਾਰਾਂ ਨੂੰ ਸਨਮਾਨ ਰਹੇ ਹਾਂ ਤਾਂ ਇਹ ਪੰਜਾਬੀ ਕਹਾਣੀ ਦੇ ਵਾਰਸਾਂ ਦਾ ਹੀ ਸਨਮਾਨ ਨਹੀਂ, ਇਹ ਪੰਜਾਬੀ ਕਹਾਣੀ ਦੇ ਪਿੱਤਰਾਂ ਦਾ ਵੀ ਸਨਮਾਨ ਹੈ। ਵੀ ਕਹਾਣੀ ਦੇ ਪਿੱਤਰਾਂ ਦਾ ਵੀ ਸਨਮਾਨ ਹੈ। ਅਤੇ ਮੇਰੀ ਦਿਲੀ ਦੁਆ ਹੈ ਕਿ ਅੱਖਰਾਂ ਨਾਲ ਮੁਹੱਬਤ ਦਾ ਇਹ ਸਿਲਸਿਲਾ ਇੱਦਾਂ ਹੀ ਚੱਲਦਾ ਰਹੇ। ਸਾਡੇ ਸ਼ਾਇਰ ਅਜ਼ੀਮ ਦੇ ਲਫ਼ਜ਼ਾਂ ਵਿੱਚ ਕਿ ਜਦੋਂ ਤੱਕ ਲਫ਼ਜ਼ ਜਿਉਂਦੇ ਨੇ ਸੁਖਨਵਰ ਜਿਉਣ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸੁਆਹ ਬਣਦੇ। ਮੈਂ ਸਾਰੇ ਦੋਸਤਾਂ ਤੋਂ ਆਪਣੀ ਗੈਰ ਹਾਜ਼ਰੀ ਦੀ ਮਾਫ਼ੀ ਮੰਗਦਾ ਹਾਂ, ਪਰ ਇਹ ਵਾਅਦਾ ਵੀ ਕਰਦਾ ਹਾਂ ਕਿ ਮੈਂ ਗੈਰ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਨਹੀਂ ਹੋਵਾਂਗਾ। ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਆਪਾਂ ਅੱਜ ਕਹਾਣੀਆਂ ਬਾਰੇ ਕੋਈ ਗੱਲਾਂ ਸ਼ੁਰੂ ਕਰੀਏ ਜਿਹਦੇ ਬਾਰੇ ਆਪਾਂ ਅੱਜ ਦਾ ਸਮਾਗਮ ਸਾਡਾ ਚੱਲਣਾ, ਮੈਂ ਉਹ ਤੋਂ ਪਹਿਲਾਂ ਭਾਰਦਵਾਜ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ 2 ਮਿੰਟ ਲਈ ਚੇਤਨ ਸਾਹਿਬ ਦੇ ਨਾਲ ਜੁੜੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨ। ਇੱਕ ਵੇਲਾ, ਇੱਕ ਉਮਰ ਜਿਹੜੀ ਹੈ ਯਾਰਾਂ ਦੋਸਤਾਂ ਦੇ ਨਾਲ ਜਿਹੜੀ ਨਿਪਟਾਈ ਹੁੰਦੀ ਹੈ, ਉਹਦੇ 'ਚ ਬਹੁਤ ਕੁਝ ਛੁਪਿਆ ਹੁੰਦਾ ਜਿਹੜਾ ਦੱਸਣ ਵਾਲਾ, ਇੱਕ ਮਾਹੌਲ ਬਣਨ ਵਾਲਾ। ਅੱਜ ਦੇ ਇਸ ਮਾਹੌਲ ਦੇ ਉੱਤੇ ਭੀਮ ਸੈਨ ਭਾਰਦਵਾਜ ਸਾਹਿਬ ਆਪਣੀਆਂ 1-2 ਗੱਲਾਂ ਸਾਡੇ ਨਾਲ ਸਾਂਝੀਆਂ। ਚੇਤਨ ਦੇ ਨਾਲ ਤੁਹਾਨੂੰ ਕੁਛ ਕਹਿਣਾ ਤੇ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਕੀ ਕਹਿੰਦੇ ਹੁੰਦੇ ਦੀਵਾ ਬਣ ਕੇ ਚੰਦਰਮਾ ਨੂੰ ਕੁਛ ਵਿਖਾ ਰਿਹਾ ਹਾਂ। ਦਰਅਸਲ ਸਾਡੀ ਜਿਹੜੀ ਮਿੱਤਰਤਾ ਦੋਸਤੀ, ਕਿਉਂਕਿ ਉਹ ਤੇ ਹੈ ਹੀ ਸੀ ਕਿ ਉਹ ਮੇਰੇ ਵਿੱਚ ਸਮਾਇਆ ਹੋਇਆ ਸੀ, ਮੈਂ ਉਹਦੇ ਵਿੱਚ ਸਮਾਇਆ ਹੋਇਆ ਸੀ। ਸਾਡੀਆਂ ਰਾਤਾਂ, ਸਾਡੇ ਦਿਨ, ਸਾਡੇ ਪੈਰ, ਦਿਨ ਰਾਤ ਇਹੋ ਹੀ ਆਦਮਪੁਰ ਦੇ ਵਿੱਚ ਅਸੀਂ ਇਕੱਠੇ ਹੋਏ ਸਾਂ।
ਤੇ ਹੋ ਸਕਦਾ ਮੈਂ ਸਟੇਜ ਤੇ ਵੀ ਨਾ ਆਉਂਦਾ, ਕਿਉਂਕਿ ਗੱਲ ਸਾਹਿਤ ਦੀ ਹੋ ਰਹੀ ਆ, ਗੱਲ ਉਹਦੀ ਕਹਾਣੀਆਂ ਦੀ ਹੋ ਰਹੀ ਆ, ਉਹਦੇ ਵੱਲੋਂ ਉਹਦੇ ਨਾਂ ਤੇ ਦਿੱਤੇ ਪੁਰਸਕਾਰਾਂ ਦੀ ਹੋ ਰਹੀ ਆ। ਤੇ ਫਿਰ ਮੇਰੀ ਕੌਂਸ਼ੀਅਸ ਨੇ ਉਹਦੀ ਹਾਮੀ ਭਰੀ ਕਿ ਨਹੀਂ, ਕੁਛ ਨਾ ਕੁਛ ਤੇ ਜ਼ਰੂਰ ਕਹਿਣਾ ਚਾਹੀਦਾ, ਕਿਉਂਕਿ ਮੈਂ ਉਹਨਾਂ ਕਹਾਣੀਆਂ ਦਾ ਚਸ਼ਮਦੀਦ ਗਵਾਹ ਹਾਂ ਜਿਹੜੀਆਂ ਆਉਣ ਤੋਂ ਪਹਿਲਾਂ, ਹੋਂਦ ਵਿੱਚ ਆਉਣ ਤੋਂ ਪਹਿਲਾਂ, ਸ਼ਬਦ ਆਉਣ ਤੋਂ ਪਹਿਲਾਂ ਉਹਦੇ ਨਾਲ ਅਸੀਂ ਡਿਸਕਸ ਕਰਦੇ ਹੁੰਦੇ ਸੀ ਜਾਂ ਉਹ ਦੱਸ ਰਹੇ ਹੁੰਦੇ ਸੀ। ਤੇ ਉਹ ਜਿੱਦਾਂ ਇੱਦਾਂ ਹੀ ਆ ਜਿੱਦਾਂ ਉਹ ਦੋਸਤੀਆਂ ਦੇ ਵਿੱਚ ਸਮਾਂ ਮਿਲਦਾ ਤੇ ਉਹ ਗੱਲਾਂ ਬਾਤਾਂ ਕਰ ਲੈਂਦੇ, ਕਈ ਵਾਰੀ ਰਾਤ ਹੋ ਜਾਂਦੀ ਆ, ਕਈ ਵਾਰੀ 1 ਘੰਟਾ ਹੋ ਜਾਂਦਾ, ਕਈ ਵਾਰੀ ਦਿਨ ਹੋ ਜਾਂਦਾ। ਤੇ ਉਹ ਜਿਹੜਾ ਸਾਡਾ ਜਨੂਨ ਸੀ, ਉਹ ਆਦਮਪੁਰ ਦੀ ਨਹਿਰ ਦਾ ਪਾਣੀ ਵੀ ਗਵਾਹ ਹੈ ਕਿ 2-2 4-4 ਘੰਟੇ ਗਰਮੀਆਂ ਦੇ ਵਿੱਚ ਨਹਾਉਣਾ, ਤੇ ਉਹ ਪੁਰਾਣੀਆਂ ਯਾਦਾਂ ਜਿਹੜੀਆਂ ਕਿ ਉਹਨਾਂ ਦਾ ਕਹਾਣੀ ਦਾ ਮੌਜੂ ਮੈਨੂੰ ਨਹੀਂ ਸੀ ਪਤਾ ਉਸ ਵੇਲੇ। ਤਕਰੀਬਨ ਜਿੰਨੀਆਂ ਵੀ ਕਹਾਣੀਆਂ ਕਹਾਣੀ ਦੇ ਰੂਪ ਵਿੱਚ ਜਾਂ ਕਿਤਾਬ ਦੇ ਰੂਪ ਵਿੱਚ ਤੁਹਾਡੇ ਸਨਮੁਖ ਹੋਈਆਂ, ਉਹ ਪਹਿਲਾਂ ਹੀ ਮੇਰੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ, ਔਰ ਮੈਨੂੰ ਵੀ ਹੈਰਾਨਗੀ ਹੋਈ ਜਿਸ ਵੇਲੇ ਉਹ ਕਹਾਣੀਆਂ ਜਿਹੜੀਆਂ ਸੀ ਉਹ ਅੱਖਰ ਦਾ ਰੂਪ ਲੈ ਕੇ ਜਗ ਜ਼ਾਹਰ ਹੋਈਆਂ। ਉਹਨਾਂ ਕਹਾਣੀਆਂ ਨੂੰ ਤਾਂ ਹੀ ਮੈਂ ਖੁਸ਼ਨਸੀਬ ਸਮਝਦਾ ਹਾਂ ਕਿ ਜਿਨ੍ਹਾਂ ਸ਼ਬਦਾਂ ਦੇ ਰਾਹੀਂ ਉਹਨਾਂ ਨੇ, ਜਿੰਨੀ ਗਹਿਰਾਈ ਦੇ ਰਾਹੀਂ ਉਹਨਾਂ ਨੇ, ਉਹ ਕਿਸੇ ਵੀ ਰਿਸ਼ੀ ਮੁਨੀ ਦੀ ਤਪੱਸਿਆ ਤੋਂ ਘੱਟ ਨਹੀਂ ਸੀ। ਕਿਉਂਕਿ ਉਹਨਾਂ ਬੀਜਾਂ ਨੂੰ ਅੰਕੁਰਿਤ ਹੋਣਾ, ਉਹਨਾਂ ਬੀਜਾਂ ਨੂੰ ਅੱਗੇ ਵਿਸਤਾਰ ਦੇਣਾ, ਉਸ ਚੇਤਨਤਾ ਦਾ ਵਿਸਥਾਰ ਦੇਣਾ ਜਿਹੜਾ ਕਿ ਤੁਹਾਡੇ ਸਾਹਮਣੇ ਹੈ, ਤੇ ਮੈਂ ਉਹਦਾ ਮਾਣ ਮਹਿਸੂਸ ਕਰਦਾ। ਉਸ ਤੋਂ ਬਾਅਦ ਅੱਗੇ ਗੱਲ ਤੋਰਦਾ ਹੋਇਆ ਜੋ ਬੀਬਾ ਜੀ ਨੇ ਕਿਹਾ, ਫਿਰ ਤਾਂ ਸਾਰਾ ਕੁਝ ਆ ਹੀ ਗਿਆ ਸੀ। ਤੇ ਇੱਕ ਉੱਥੇ ਤਕਰੀਬਨ 6 ਜਾਂ 7 ਅਸੀਂ ਮੈਂਬਰ ਸੀ ਜਿਹੜੇ ਪੰਜਾਬੀ 'ਚ ਭਾਵੇਂ ਵਿਆਹੇ ਹੋਏ ਸੀ, ਛੜੇ ਸੀ, ਤੇ ਉਹ ਉੱਥੇ ਇਕੱਠੇ ਰਹਿੰਦੇ ਸੀ। ਤੇ ਸਾਰਾ ਤੇ ਹਰ ਪਾਤਰ ਦਾ ਜਿਹੜੀ ਜਾਣ ਪਹਿਚਾਣ ਉਹ ਇਸੇ ਤਰ੍ਹਾਂ ਸੀ ਜਿੱਦਾਂ ਉਹ ਰਿਸ਼ਤਿਆਂ ਦਾ ਇੱਕ, ਚਾਹੇ ਉਹ ਕੁਦਰਤੀ ਰੂਪ ਦੇ ਵਿੱਚ ਸੀ, ਚਾਹੇ ਉਹ ਚੇਤਨ ਪਰਿਵਾਰ ਦਾ ਰਿਸ਼ਤੇ ਜਿੱਦਾਂ ਹੈ ਸੀ, ਲੇਕਿਨ ਉਹਨਾਂ ਪਾਤਰਾਂ ਦੇ ਨਾਲ ਅਸੀਂ ਵਾਬਸਤਾ ਹੋ ਗਏ ਸੀ। ਤੇ ਉਹਨਾਂ ਨੂੰ ਰਾਦਰ ਅਤੀ ਕਥਨੀ ਹੋਊਗੀ ਕਿ ਸਾਰਿਆਂ ਦੋਸਤਾਂ ਨੇ ਉਹਨੂੰ ਮਜਬੂਰ ਕੀਤਾ ਕਿ ਅਸੀਂ ਉਹਨੂੰ ਲੇਖਕ ਸਾਹਿਬ ਤੇ ਕੁਛ 1-2 ਬੀਬਾ ਸਾਹਿਬ ਜੀ ਹੈ ਸੀ ਜਿਹੜੇ ਉਹ ਲਿਖਾਰੀ ਕਹਿੰਦੇ ਹੁੰਦੇ ਸੀ, ਇਸ ਨਾਂ ਨਾਲ ਹੀ ਉਹਨੂੰ ਪੁਕਾਰਿਆ ਜਾਂਦਾ ਸੀ, ਲਿਖਾਰੀ ਜਾਂ ਲੇਖਕ। ਤੇ ਉਹਨਾਂ ਨੇ ਅਸੀਂ ਕਹਿਣਾ ਲੇਖਕ ਸਾਹਿਬ ਤੁਸੀਂ ਇੰਨੀਆਂ ਸੁਣਾਉਂਦੇ ਰਹਿੰਦੇ ਸਾਡਾ ਰਾਤ ਨੂੰ ਜਾਂ ਨਹਿਰ ਦੇ ਪਾਣੀਆਂ ਦੇ ਵਿੱਚ, ਤੇ ਲਿਖਿਆ ਵੀ ਕਰੋ। ਉਸ ਤੋਂ ਬਾਅਦ ਫਿਰ ਪ੍ਰੇਮ ਗੋਰਖੀ ਸਾਹਿਬ ਦੀ ਜਾਂ ਜਿੱਦਾਂ ਵੀ ਹੈ ਆ। ਸੋ ਜੋ ਨਟਸ਼ਲ ਜਿਹੜੀ ਚੇਤਨਤਾ ਔਰ ਨਵ ਚੇਤਨਤਾ ਉਹਨਾਂ ਦੇ ਬੇਟੇ ਦੇ ਰਾਹੀਂ ਅੱਜ ਸਾਰੀ ਇਸ ਬ੍ਰਹਿਮੰਡ ਦੇ ਵਿੱਚ ਹੈ ਆ, ਤੇ ਜੋ ਉਹਨਾਂ ਨੇ ਸਾਨੂੰ ਦਿੱਤਾ, ਉਸ ਚੇਤਨਤਾ ਨੂੰ ਅਸੀਂ ਅੱਗੇ ਤੋਰਦੇ ਹੋਏ, ਜੋਤ ਨਾਲ ਜੋਤ ਜਗਾਉਂਦੇ ਹੋਏ, ਜਿੰਨਾ ਕਿਸੇ ਦਾ ਸਹਿਯੋਗ ਆ ਉਹ ਦਈਏ, ਤਾਂ ਕਿ ਹੋਰ ਸਮਾਜ ਨੂੰ ਅਸੀਂ ਉਹਦੀ ਕਲੈਕਟਿਵ ਚੇਤਨਤਾ ਦੇ ਵਿੱਚ ਭਾਗੀਦਾਰ ਬਣ ਸਕੀਏ। ਚਾਹੇ ਉਹ ਸਮਾਜਿਕ ਪੱਖ ਆ, ਚਾਹੇ ਉਹ ਆਰਥਿਕ ਪੱਖ ਆ, ਬਹੁਪੱਖੀ ਵਿਕਾਸ ਵੱਲ ਜਿਹੜੀ ਆਪਣੀ ਲੇਖਣੀ ਰਾਹੀਂ ਜਿਨ੍ਹਾਂ ਨੂੰ ਵੀ ਸੇਧ ਦੇ ਸਕਦੇ ਜੇ, ਤੇ ਉਹਨਾਂ ਨੂੰ ਸੇਧ ਦਈਏ। ਤੇ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਤੇ ਖਾਸ ਕਰਕੇ ਚੇਤਨ ਦਾ ਜਿਹੜਾ ਕਿ ਮੇਰੇ ਦਿਲਾਂ ਦੀ ਧੜਕਣ ਦੇ ਵਿੱਚ ਅੱਜ ਵੀ ਮੈਂ ਤਕਰੀਬਨ ਭਾਵਕ ਹੋ ਕੇ ਨਹੀਂ, ਉਹਦੇ ਰੋਜ਼ ਦਰਸ਼ਨ ਕਰਦਾ, ਸਵੇਰੇ ਸ਼ਾਮ ਉਹਦੇ ਨਾਲ ਗੱਲਾਂ ਸਾਂਝੀਆਂ ਕਰੀਦੀਆਂ, ਉਹਦੇ ਨਾਲ ਜੋ ਵੀ ਹੈ
ਤੇ ਇੱਕ ਸਟੇਜ ਆ ਜਾਂਦੀ ਆ। ਤੁਸੀਂ ਲੇਖਕ ਲੋਕ ਜੇ ਤੁਹਾਡੇ ਕੋਲ ਇਮੈਜੀਨੇਸ਼ਨ ਵੀ ਆ, ਤੁਹਾਡੇ ਕੋਲ ਉਹ ਸ਼ਬਦ ਵੀ ਆ, ਤੁਹਾਡੇ ਕੋਲ ਉਹ ਵਿਜ਼ਨ ਵੀ ਹੈ, ਤੇ ਉਹਨੂੰ ਵਿਸਥਾਰ ਦੇ ਵਿੱਚ, ਐਡਵਾਈਜ਼ਰੀ ਨਹੀਂ ਹੈ, ਉਹਨੂੰ ਹੋਰ ਵਿਸਤਾਰ ਦਿਓ, ਉਹਨੂੰ ਹੋਰ ਉਡਾਨ ਦਿਓ, ਉਹਨੂੰ ਹੋਰ ਜਿਸ ਪੱਖ ਤੋਂ ਵੀ ਕਰਨਾ ਚਾਹੁੰਦੇ ਜੇ। ਤੁਹਾਡਾ ਇੰਡੀਵਿਜੂਅਲ ਪੱਖ ਵੀ ਆ, ਤੁਹਾਡੀ ਕਲੈਕਟਿਵ ਕੌਨਸ਼ੀਅਸਨੈਸ ਵੀ ਆ, ਤੇ ਉਹਦਾ ਤਾਂ ਕਿ ਸਮਾਜ ਦਾ ਜਿਸ ਹਾਲਾਤਾਂ 'ਚ ਅੱਜ ਦਾ ਸਮਾਜ ਗੁਜ਼ਰ ਰਿਹਾ, ਤੇ ਉਹਦੇ ਵਿੱਚ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਆ। ਤੇ ਇਹ ਜਿਹੜਾ ਆਦਿਕਾ ਪ੍ਰਕਾਸ਼ਨ ਤੋਂ ਹੀ ਮੈਨੂੰ ਥੋੜ੍ਹੀ ਜਿਹੀ ਗੱਲ ਯਾਦ ਆ ਗਈ। ਬੰਬੇ ਦੇ ਵਿੱਚ ਜਿਹੜੀ ਇੱਕ ਰਾਈਟਰ, ਪ੍ਰੋਗਰੈਸਿਵ ਰਾਈਟਰ ਮੂਵਮੈਂਟ ਚੱਲੀ ਸੀ, ਜਾਂ ਐਸੋਸੀਏਸ਼ਨ ਸੀ ਗੁਲਜ਼ਾਰ ਦੀ, ਜਾਂ ਹੋਰ ਵੀ ਸਾਹਿਰ ਲੁਧਿਆਣਾ ਜੋ ਵੀ ਹੈ ਸੀ, ਤੇ ਆਦਿਕਾ ਪ੍ਰਕਾਸ਼ਨ ਤੋਂ ਵੀ ਜਦੋਂ ਇਹ ਆਦਿਕਾ ਪ੍ਰਕਾਸ਼ਨ ਬਣਾਈ ਸੀ ਨਾ, ਹਾਂ, ਇਹ ਜਿਹੜੀ ਇੱਕ ਵਿਚਾਰਧਾਰਾ ਜਾਂ ਇਹ ਭਾਵੇਂ ਉਹ ਅਲੱਗ-ਅਲੱਗ ਲੇਖਕ ਸੀ, ਤੇ ਇੱਕ ਦਿਸ਼ਾ ਦਿੱਤੀ ਸੀ ਉਹਦੀ ਕਹਾਣੀਆਂ ਦੇ ਵਿੱਚ। ਕਿਉਂਕਿ ਦਿਸ਼ਾ ਇਹ ਨਹੀਂ ਕਿ ਇੰਡੀਵਿਜੂਅਲੀ ਆ, ਉਹ ਤੁਹਾਡੇ ਉੱਤੇ ਸਾਹਿਤ ਹੈ, ਤੁਹਾਡੇ ਕੋਲ ਸਾਰਾ ਕੁਝ ਹੈ, ਉਹਨਾਂ ਨੂੰ ਵੇਖੋ। ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਨੂੰ ਵੇਖੋ। ਉਹ ਮਾਰਗ ਦਰਸ਼ਕ ਕਰਦਾ ਕਿ ਅਸੀਂ ਮਿਲ ਕੇ ਕੀ ਨਹੀਂ ਕਰ ਸਕਦੇ।